सत श्री अकाल जी, मैं हरमन। ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦਾ ਖਾਸ ਮੁਲਾਕਾਤ ਸ਼ੋ, ਜਿਸ ਵਿੱਚ ਅਸੀਂ ਖਾਸ ਸ਼ਖਸੀਅਤਾਂ ਨੂੰ ਬੁਲਾਉਂਦੇ ਹਾਂ ਜਿਨ੍ਹਾਂ ਨੇ ਕਿ ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ, ਨਾਲ ਹੀ ਅਵਾਰਡ ਵੀ ਜਿੱਤੇ। ਅੱਜ ਸਾਡੇ ਕੋਲ ਮੌਜੂਦ ਨੇ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿ ਫਿਜ਼ਿਕਸ ਵਿਭਾਗ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਤੇ ਨਾਲ ਹੀ ਬੱਚਿਆਂ ਨੂੰ ਸਾਇੰਟੀਫਿਕ ਵੇ ਨਾਲ ਸਟੱਡੀ ਕਰਨ ਦੇ ਨਵੇਂ ਤਰੀਕੇ ਵੀ ਸਿਖਾਏ। ਅੱਜ ਸਾਡੇ ਕੋਲ ਮੌਜੂਦ ਨੇ ਤੇ ਅਸੀਂ ਉਹਨਾਂ ਦੀ ਜ਼ੁਬਾਨੀ ਹੀ ਇਹ ਦੇਖਾਂਗੇ ਵੀ ਤੇ ਸਿੱਖਾਂਗੇ ਵੀ ਕਿ ਸਾਇੰਸ ਨੂੰ ਈਜ਼ੀ ਕਿੱਦਾਂ ਬਣਾਇਆ ਜਾ ਸਕਦਾ ਹੈ। ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਰ, ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਤੁਸੀਂ ਟੀਚਰ ਬਣਨ ਬਾਰੇ ਕਦੋਂ ਸੋਚਿਆ ਤੇ ਸਾਇੰਸ ਡਿਪਾਰਟਮੈਂਟ ਵਿੱਚ ਹੀ ਕਿਉਂ? ਬਹੁਤ ਵਧੀਆ ਤੁਸੀਂ ਪ੍ਰਸ਼ਨ ਜਿਹੜਾ ਕੀਤਾ ਹੈ ਕਿ ਅਧਿਆਪਕ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਇਸ ਸਮਾਜ ਦੇ ਵਿੱਚ ਜੀ, ਔਰ ਅਧਿਆਪਕ ਹੀ ਨਿਰਮਾਤਾ ਹੈ। ਹਰ ਸ਼ਖਸੀਅਤ ਨੂੰ ਬਣਾਉਣ ਵਾਲਾ ਅਧਿਆਪਕ ਹੈ ਜੀ। ਜੇ ਅਸੀਂ ਅੱਜ ਦੇਖੀਏ ਵੀ ਕੋਈ ਵੀ ਪੇਸ਼ਾ ਹੈ, ਚਾਹੇ ਉਹ ਡਾਕਟਰ ਹੈ, ਚਾਹੇ ਇੰਜੀਨੀਅਰ ਹੈ, ਚਾਹੇ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਨਜ਼ਰ ਮਾਰੀਏ ਤਾਂ ਉਸ ਨੂੰ ਬਣਾਇਆ ਕਿਸ ਨੇ? ਉਹ ਅਧਿਆਪਕ ਹੈ। ਤੇ ਅਧਿਆਪਕ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਗੁਰੂ ਕਹਿ ਦਿੰਦੇ ਹਾਂ, ਵੀ ਹਨੇਰੇ 'ਚ ਚਾਨਣ ਕਰਨ ਵਾਲਾ ਜੀ, ਤੇ ਉਹ ਇੱਕ ਬਹੁਤ ਵੱਡਾ ਅਹੁਦਾ ਸਮਝਦਾ ਮੈਂ ਇਸ ਗੱਲ ਨੂੰ। ਤੇ ਮੇਰੇ ਮਨ ਦੇ ਵਿੱਚ ਆਇਆ ਕਿ ਜੇ ਇੱਕ ਅਧਿਆਪਕ ਬਣ ਕੇ ਇਸ ਸਮਾਜ ਦੇ ਵਿੱਚ ਸੇਵਾ ਕੀਤੀ ਜਾਵੇ ਤਾਂ ਕਿਤੇ ਹੀ ਬਹੁਤ ਹੀ ਚੰਗਾ ਹੋਊਗਾ। ਤਾਂ ਮੈਨੂੰ ਇਹ ਜਿਹੜਾ ਸੀਗਾ, ਮੇਰੇ ਘਰਦਿਆਂ ਨੇ ਪ੍ਰੇਰਨਾ ਦਿੱਤੀ। BSc ਮੈਂ ਕੀਤੀ, BSc ਤੋਂ ਬਾਅਦ B.Ed ਕੀਤੀ, ਕੋਰਸ ਕੀਤਾ ਟੀਚਿੰਗ ਲਾਈਨ ਦੇ ਵਿੱਚ ਆਉਣ ਦੇ ਲਈ। ਤੇ ਜਿਵੇਂ ਮੈਂ ਕੋਰਸ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਪ੍ਰਾਈਵੇਟ ਜੌਬ ਮਿਲ ਜਾਂਦੀ ਹੈ। ਪ੍ਰਾਈਵੇਟ ਸਕੂਲ ਦੇ ਵਿੱਚ CBSE ਸਕੂਲ ਹੈ, ਉਸ ਦੇ ਵਿੱਚ ਮੈਂ ਜੋ ਜੌਬ ਕਰਦਾ ਤਾਂ ਉਸ ਵਕਤ ਮੈਨੂੰ ਮੈਥਮੈਟਿਕਸ ਦੇ ਤੌਰ ਦੇ ਉੱਤੇ ਟੀਚਰ ਦੇ ਤੌਰ ਤੇ ਰੱਖਿਆ ਜਾਂਦਾ ਤੇ ਮੇਰੀ ਜਿਹੜੀ ਮਹੀਨਾਵਾਰ ਤਨਖਾਹ ਹੈ 1990 ਦੇ ਵਿੱਚ 600 ਰੁਪਏ ਨਿਯਤ ਕੀਤੀ ਜਾਂਦੀ, 600 ਰੁਪਏ ਪ੍ਰਤੀ ਮਹੀਨਾ ਜੀ। ਉਸ ਤੋਂ ਬਾਅਦ ਉਹ ਵੱਧਦੀ 800 ਹੁੰਦੀ ਹੈ, ਫਿਰ ਕਿਤੇ ਮੈਂ 3500 ਰੁਪਏ ਤੱਕ ਪਹੁੰਚ ਜਾਂਦਾ ਹਰ ਮਹੀਨੇ। ਤਾਂ ਉਹ ਸਫ਼ਰ ਹੈ ਜਿਹੜਾ ਚੱਲਦਾ ਤੇ ਉਸ ਦੇ ਵਿੱਚ ਮੈਂ ਬਹੁਤ ਹੀ ਮਤਲਬ ਗੁਣਾਤਮਕ ਵਾਲੇ ਪਾਸੇ ਜਿਹੜਾ ਧਿਆਨ ਦੇਣਾ ਸ਼ੁਰੂ ਕਰਦਾ ਕਿ ਬੱਚੇ ਕੀ ਲੋੜ ਮਹਿਸੂਸ ਕਰਦੇ ਆ, ਬੱਚਿਆਂ ਨੂੰ ਕਿਸ ਤਰ੍ਹਾਂ ਉੱਪਰ ਲਿਆਂਦਾ ਜਾਵੇ। ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਐਸਾ ਕਿਹੜਾ ਬੱਚਾ ਸੀ ਜਿਸ ਨੇ ਤੁਹਾਨੂੰ ਪ੍ਰਸ਼ਨ ਕੀਤਾ, ਜਿਸ ਨਾਲ ਤੁਹਾਡੇ ਦਿਮਾਗ ਵਿੱਚ ਆਇਆ ਕਿ ਮੈਨੂੰ ਸਾਇੰਸ ਨੂੰ ਸਾਇੰਟੀਫਿਕ ਵੇ ਨਾਲ ਬੱਚਿਆਂ ਨੂੰ ਸਿਖਾਉਣਾ ਚਾਹੀਦਾ, ਪ੍ਰੈਕਟੀਕਲੀ ਢੰਗ ਨਾਲ ਇਹਨਾਂ ਨੂੰ ਸਿਖਾਉਣਾ ਚਾਹੀਦਾ, ਜਿਸ ਨਾਲ ਕਿ ਇਹਨਾਂ ਦੇ ਦਿਮਾਗ ਤੇ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਨਾ ਆਵੇ? ਦੇਖੋ, ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਪ੍ਰੈਕਟੀਕਲੀ ਵੇ ਦੇ ਨਾਲ ਤਾਂ ਮੈਂ ਉਹਨਾਂ ਨੂੰ ਕਰਵਾ ਹੀ ਰਿਹਾ, ਪਰੰਤੂ ਜਦੋਂ ਮੈਂ ਉਹਨਾਂ ਦਾ ਇਮਤਿਹਾਨ ਲੈਣ ਜਾਂਦਾ ਬੱਚਿਆਂ ਦਾ ਤਾਂ ਉਸ ਵਕਤ ਪ੍ਰੈਕਟੀਕਲ ਇਮਤਿਹਾਨ ਹੁੰਦਾ ਉਹ। ਤਾਂ ਉਸ ਵਕਤ ਬੱਚੇ ਆ ਕੇ ਮੈਨੂੰ ਕਹਿੰਦੇ ਆ ਕਿ ਸਰ ਅਸੀਂ ਤਾਂ ਕਦੇ ਲੈਬੋਰੇਟਰੀ ਦੇ ਵਿੱਚ ਗਏ ਨਹੀਂ, ਸਾਡੇ ਕੋਲ ਕੋਈ ਅਪਰੇਟਸ ਨਹੀਂ ਸੀ, ਅਸੀਂ ਕਦੇ ਐਕਸਪੈਰੀਮੈਂਟ ਕਰਕੇ ਨਹੀਂ ਦੇਖਿਆ, ਤੇ ਤੁਸੀਂ ਅੱਜ ਪ੍ਰੈਕਟੀਕਲ ਲੈ ਰਹੇ ਹੋ ਸਾਡਾ, ਤੇ ਅਸੀਂ ਕਰਾਂਗੇ ਕਿ ਸਾਨੂੰ ਆਉਂਦਾ ਹੀ ਕੁਝ ਨਹੀਂ। ਮੈਂ ਕਿਹਾ ਵੀ ਇਹ ਤੁਹਾਡਾ ਜਿਹੜਾ ਪ੍ਰੈਕਟੀਕਲ ਹੈ 2 ਵਜੇ ਤੋਂ ਲੈ ਕੇ 5 ਵਜੇ ਤੱਕ ਨਿਯਤ ਕੀਤਾ ਹੋਇਆ ਤੇ ਇਸ ਦੇ ਵਿੱਚ ਤੁਸੀਂ ਮੇਰੇ ਕੋਲ 3 ਘੰਟੇ ਰਹਿਣਾ ਹੈ। ਕਹਿੰਦੇ ਜੀ ਸਾਨੂੰ ਤਾਂ ਕਿਹਾ ਸੀਗਾ ਵੀ ਬਸ ਉੱਥੇ ਦਸਤਖਤ ਕਰਕੇ ਆ ਜਿਓ, ਬਸ ਪ੍ਰੈਕਟੀਕਲ 'ਚ ਕੋਈ ਫੇਲ ਹੀ ਨਹੀਂ ਕਰਦਾ ਹੁੰਦਾ। ਮੈਂ ਕਿਹਾ ਠੀਕ ਹੈ ਤੁਹਾਡੀ ਗੱਲ, ਲੇਕਿਨ ਜਦ ਤੱਕ ਤੁਸੀਂ ਮੈਨੂੰ ਕੁਝ ਕਰਕੇ ਨਹੀਂ ਦਿਖਾਓਗੇ ਤਾਂ ਮੈਂ ਨੰਬਰ ਕਿਸ ਚੀਜ਼ ਦੇ ਲਗਾਉਂਗਾ ਤੁਹਾਡੇ? ਤੁਸੀਂ ਘੱਟੋ ਘੱਟ ਪ੍ਰੈਕਟੀਕਲ ਦਾ ਮਤਲਬ ਕੀ ਹੁੰਦਾ ਹੈ? ਹੱਥੀਂ ਕਰਨਾ। ਹੱਥੀਂ ਕਰੋਗੇ, ਉਸ ਦੀ ਆਬਜ਼ਰਵੇਸ਼ਨ ਦੇਖੂੰਗਾ, ਉਸ ਦੀਆਂ ਫਿਰ ਕੈਲਕੂਲੇਸ਼ਨਸ ਦੇਖਾਂਗੇ, ਫਿਰ ਉਸ ਦਾ ਜਿਹੜਾ ਰਿਜ਼ਲਟ ਆਏਗਾ ਉਹ ਦੇਖਾਂਗੇ, ਫਿਰ ਹੀ ਮੈਂ ਕਿਸੇ ਨਤੀਜੇ ਤੇ ਪਹੁੰਚੂਗਾ ਨਾ ਵੀ ਤੁਸੀਂ ਕੁਝ ਕਰ ਸਕਦੇ ਹੋ। ਨਹੀਂ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਕਿਵੇਂ ਕਹਿੰਦੇ ਜੀ ਫਿਰ ਦੱਸੋ ਤੁਸੀਂ ਕੀ ਕਰਨਾ ਹੈ? ਮੈਂ ਕਿਹਾ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਮੈਂ ਪਹਿਲਾਂ ਤੁਹਾਨੂੰ ਕਰਵਾਉਣਾ ਪ੍ਰੈਕਟੀਕਲ ਜੀ, 3 ਘੰਟੇ ਦਾ ਸਮਾਂ ਸਾਡੇ ਕੋਲ, ਮੈਂ ਤੁਹਾਨੂੰ ਪਹਿਲਾਂ ਕਰਾਉਣਾ ਥੋੜੇ 2-3 ਪ੍ਰੈਕਟੀਕਲ ਕਰਵਾਉਣਾ, ਉਹਦੇ ਵਿੱਚੋਂ ਤੁਸੀਂ ਕੋਈ ਇੱਕ ਮੈਨੂੰ ਕਰਕੇ ਦਿਖਾ ਦਿਓ। ਜਿਹੜਾ ਤੁਸੀਂ ਹੱਥੀਂ ਕਰਕੇ ਦਿਖਾਓਗੇ ਤੇ ਉਸ ਦੇ ਆਪਾਂ ਨੰਬਰ ਲਾ ਲਾਂਗੇ। ਬਿਲਕੁਲ। ਕਹਿੰਦੇ ਹਾਂ ਸਰ ਇਹ ਤਾਂ ਠੀਕ ਹੈ। ਹੱਥਾਂ ਨੂੰ ਰਗੜ ਕੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਊਰਜਾ ਜਿਹੜੀ ਆ ਉਹ ਕਿਸ ਤਰ੍ਹਾਂ ਉਹਦਾ ਰੂਪਾਂਤਰਨ ਹੁੰਦਾ, ਟ੍ਰਾਂਸਫਾਰਮੇਸ਼ਨ ਆਫ એનર્ਜੀ ਜਿਸ ਨੂੰ ਕਹਿੰਦੇ ਆ। ਫਿਰ ਇਸ ਤਰ੍ਹਾਂ ਦੇ 3-4 ਐਕਸਪੈਰੀਮੈਂਟ ਮੈਂ ਜਦੋਂ ਉਹਨਾਂ ਨੂੰ ਕਰਵਾਉਣਾ ਤਾਂ ਉਹਨਾਂ ਦਾ ਇੰਟਰਸਟ ਬਣ ਜਾਂਦਾ। ਫਿਰ ਜਦੋਂ 5 ਵੱਜਦੇ ਆ ਤਾਂ ਫਿਰ ਉਹ 5 ਵਜੇ ਵੀ ਜਾਣ ਲਈ ਤਿਆਰ ਨਹੀਂ ਸੀਗੇ ਕਿ ਸਰ ਸਾਨੂੰ ਹੋਰ ਵੀ ਕਰਵਾ ਦਿਓ ਤੁਸੀਂ। ਸਾਨੂੰ ਤਾਂ ਬੜਾ ਅੱਛਾ ਲੱਗਿਆ ਕਿ ਜੇ ਇਸ ਤਰ੍ਹਾਂ ਅਸੀਂ ਸਿੱਖਿਆ ਹੁੰਦਾ, ਅੱਜ ਅਸੀਂ ਸਿੱਖਿਆ ਤਾਂ ਸਾਨੂੰ ਸਮਝ ਆਈ ਹੈ ਵੀ ਹਾਂ ਇਹ ਚੀਜ਼ਾਂ ਹੁੰਦੀਆਂ ਵਿਗਿਆਨ ਦੇ ਵਿੱਚ। ਤੁਹਾਡੇ 'ਚ ਇਹ ਹੈਗਾ ਕਿ ਮੈਂ ਸੇਧ ਕੀ ਦੇਣੀ ਆ, ਜੋ ਵੀ ਮੈਂ ਲਰਨਿੰਗ ਕਰ ਰਿਹਾ, ਦੈਟਸ ਵਾਈ ਯੂ ਆਰ ਹੇਅਰ। ਤਾਂ ਹੀ ਤੁਸੀਂ ਅੱਜ ਇੱਥੇ ਹੋ, ਸ਼ਾਇਦ ਬੱਚਿਆਂ ਨੂੰ ਤੁਸੀਂ ਇਹ ਚੀਜ਼ਾਂ ਨਾਲ ਜੋੜਿਆ ਸਾਇੰਟੀਫਿਕ ਵੇ ਨਾਲ, ਹਨਾ, ਤੇ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਅੱਗੇ ਵਧਣ ਵਿੱਚ ਸਹਾਈ ਹੋਏ। ਇਹ ਚੀਜ਼ਾਂ ਦੇ ਨਾਲ ਕੀ ਹੈ ਵੀ ਬੱਚੇ ਦੇ ਵਿੱਚ ਸੋਚ
ਡਿਵੈਲਪ ਹੁੰਦੀ ਹੈ। ਸਾਇੰਟੀਫਿਕ ਟੈਂਪਰ, ਸਾਇੰਟੀਫਿਕ ਐਟੀਟਿਊਡ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਬੱਚੇ 'ਚ ਪੈਦਾ ਕਰਨਾ ਹੈ, ਉਹ ਪੈਦਾ ਕਿੱਥੋਂ ਕਰਨਾ ਹੈ, ਉਹਦੇ ਵਿੱਚ ਹੈ, ਲੇਕਿਨ ਉਸ ਨੂੰ ਉਜਾਗਰ ਕਰੋ ਵੀ ਬੇਟਾ ਤੇਰੇ 'ਚ ਹੈ। ਕੁਝ ਟੀਚਰਸ ਹੀ ਅਜਿਹੇ ਹੁੰਦੇ ਨੇ ਜੋ ਕਿ ਬੱਚੇ ਵਿੱਚੋਂ ਬਹੁਤ ਤਰ੍ਹਾਂ ਦੇ ਸਾਇੰਟਿਸਟ, ਡਾਕਟਰ ਉਹੀ ਹੁੰਦੇ ਨੇ ਉਹਨਾਂ ਦੀ ਸਕਸੈਸ ਦੇ ਪਿੱਛੇ। ਜਿਹੜੀ ਗੱਲ ਕਰ ਰਹੇ ਹਾਂ ਅਸੀਂ ਪ੍ਰੈਕਟੀਕਲ ਦੀ ਕਿ ਸਾਇੰਸ ਨੂੰ ਈਜ਼ੀ ਵੇ ਕਿੱਦਾਂ ਦਿੱਤਾ ਜਾ ਸਕਦਾ ਹੈ, ਉਹ ਅਸੀਂ ਪ੍ਰੈਕਟੀਕਲ ਹੁਣ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਲੈ ਚੱਲਦੇ ਹਾਂ ਪ੍ਰੋਫੈਸਰ ਸਾਹਿਬ ਦੇ ਨਾਲ ਬੱਚਿਆਂ ਦੇ ਵਿੱਚ ਤੇ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। वाह क्या स्वाद, वाह क्या स्वाद है। कुकरी शो विद रिनाउंड शेफ जसप्रीत सिंह वीकू हर शनिवार दोपहर 3 बजे, मुड़ प्रसारण बुधवार दोपहर 2:30 बजे, सिर्फ चढ़ती कला टाइम टीवी पे। खास मुलाकात, खास मुलाकात। देखते हैं डॉक्टर जसविंदर सिंह जी दे किते जा रहे एक्सपेरिमेंट। हाँ जी स्टूडेंट्स, जिस तरह असी जानते हैं कि साइंस की है, साइंस कम्स फ्रॉम द वर्ड साइंसिया विच मीनस टू नो अबाउट द थिंग्स। असी पंजाबी च कहने विज्ञान। विज्ञान का मैं ये अर्थ लेना हुन्ना कि ज्ञान जिस दे विच विशालता आ गई हुई है। वावे नूं सिहारी अगे लगी है ना ज्ञान दे अगे, तो विशालता आ गई हुई है ज्ञान दे विच। बट द बेस ऑफ साइंस इज नथिंग बट इट इज मैथमेटिक्स। What is it? Is mathematics. It means the mathematics is the base of all the subjects you can say, right? So mathematics बड़ा easy विषय है। इसनूं ਅਸੀਂ ਸਾਇੰਸ ਦੇ ਨਾਲ ਕਨੈਕਸ਼ਨ ਕਿਸ ਤਰ੍ਹਾਂ ਕਰਦੇ ਹਾਂ? ਤਾਂ ਮੈਂ ਤੁਹਾਨੂੰ ਪੁੱਛੂੰਗਾ ਕਿ ਤੁਹਾਡੇ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ? Do you know how many bones are there in your this human skeleton? 206 bones are there. In the adult human being, there are number of bones 206. Now my next question is very interesting question ਕਿ ਇਹਨਾਂ ਨੂੰ ਕਾਊਂਟ ਕਰਵਾਓ। ਇੱਥੇ ਆ ਕੇ ਮੇਰੇ ਕੋਲ ਇੱਕ ਸਟੂਡੈਂਟ ਆ ਜਾਓ, ਆਪਣੀਆਂ ਬੋਨਸ ਕਾਊਂਟ ਕਰਾਓ। ਸਰ ਇੱਥੇ ਇੰਨੀਆਂ, ਇੱਥੇ ਇੰਨੀਆਂ, ਇੱਥੇ ਇੰਨੀਆਂ, ਇੱਥੇ ਇੰਨੀਆਂ। ਦੇਖੋ ਸਾਡੇ ਕੋਲ ਕੀ ਹੈ, ਅਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ, ਉੱਥੇ ਲਿਖਿਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਲੇਕਿਨ ਇੱਥੇ ਸਵਾਰੀ ਕੋਲ 206 ਹੱਡੀਆਂ ਤੇ ਪਤਾ ਹੀ ਨਹੀਂ ਹੈ ਸਾਨੂੰ ਵੀ ਸਾਡੇ ਕੋਲ 206 ਹੱਡੀਆਂ ਹੈਗੀਆਂ ਤੇ ਉਹਨਾਂ ਦੀ ਕਾਊਂਟਿੰਗ ਕਿੱਥੇ ਕਿੱਥੇ ਕਿੰਨੀਆਂ। ਸੋ ਕਲਾਸਰੂਮ ਦੇ ਵਿੱਚ ਜਦੋਂ ਆਓਗੇ ਤਾਂ ਟੀਚਰ ਤੁਹਾਨੂੰ ਬਹੁਤ ਸਾਰੀ ਕਲੈਰਿਟੀ ਦਿੰਦਾ। ਨਾਓ ਆਈ ਐਮ ਹੈਵਿੰਗ ਅ ਹਿਊਮਨ ਸਕੈਲੇਟਨ ਪਿਕਚਰ ਓਵਰ ਹੇਅਰ, ਯੂ ਕੈਨ ਸੀ ਓਵਰ ਹੇਅਰ। ਨਾਓ how to count down the number of bones? I have invented a method to remember this one. Simply you have to remember 26, 27 and 28. Speak out. 26, 27, 28. This number you have to remember, then you can count down the number of bones in a human skeleton. ਇਨਸਾਨ ਦੇ ਇੱਕ ਪੈਰ ਦੇ ਵਿੱਚ 26 ਹੱਡੀਆਂ ਹੋਇਆ ਕਰਦੀਆਂ। ਕਿੰਨੀਆਂ ਹੁੰਦੀਆਂ? 26। ਤੇ ਦੂਸਰੇ ਪੈਰ 'ਚ ਵੀ ਕਿੰਨੀਆਂ ਹੋਣਗੀਆਂ? 26। ਇੱਕ ਹੱਥ ਦੇ ਵਿੱਚ ਕਿੰਨੀਆਂ ਹੁੰਦੀਆਂ? 27। ਦੂਸਰੇ ਹੱਥ ਦੇ ਵਿੱਚ ਕਿੰਨੀਆਂ ਹੋਣਗੀਆਂ? 27। ਇਹ ਉੱਪਰ ਵਾਲਾ ਜਿਹੜਾ ਪੋਰਸ਼ਨ ਹੈ ਇਸ ਦੇ ਵਿੱਚ 28। ਓਕੇ, ਪਤਾ ਲੱਗ ਗਿਆ ਤੁਹਾਨੂੰ ਹੁਣ? ਕਿਉਂ ਕਮ ਹੋਏ ਹੈ ਤਾਂ ਦੇਖੋ ਤੁਹਾਡੇ ਇਸ ਹੱਥ 'ਚ ਕਿੰਨੀਆਂ ਹੱਡੀਆਂ ਹੋ ਗਈਆਂ? 27। ਇਸ ਹੱਥ 'ਚ ਕਿੰਨੀਆਂ ਹੋ ਗਈਆਂ? 27, 26 ਐਂਡ ਇਨ ਦਿਸ ਪੋਰਸ਼ਨ 28 ਬੋਨਸ ਆਰ देयर। ਹੋ ਗਿਆ ਯਾਦ? ਤਾਂ ਹੁਣ ਸਾਡੇ ਕੋਲ ਬਾਕੀ ਕੀ ਬਚ ਗਿਆ ਬੇਟੇ? ਦਿਸ ਪੋਰਸ਼ਨ, these arms and legs, right? Now come to the point, this completed this portion and then this portion. Now to balance this one, 26 plus 26 ਕਿੰਨੇ ਹੋ ਗਿਆ? 52। तो ਜਿੰਨੀਆਂ ਸਾਡੇ ਪੈਰਾਂ ਦੇ ਵਿੱਚ ਹੱਡੀਆਂ ਹੁੰਦੀਆਂ ਉਨੀਆਂ ਇੱਥੇ ਸੈਂਟਰ ਪੋਰਸ਼ਨ ਦੇ ਵਿੱਚ ਹੁੰਦੀਆਂ। ਇਸੇ ਲਈ ਇਮੀਡੀਏਟਲੀ ਜਦੋਂ ਮਰਜ਼ੀ ਅਸੀਂ ਜਿੱਥੇ ਮਰਜ਼ੀ ਜੰਪ ਕਰ ਦਈਏ, ਜਿੱਥੇ ਮਰਜ਼ੀ ਚਲੇ ਜਾਈਏ, ਸਟੇਬਲ ਰਹਿੰਦੇ ਆ, ਰਾਈਟ? ਕਿਉਂਕਿ 52 ਬੋਨਸ ਤੇ 52 ਬੋਨਸ ਹੀ ਉੱਥੇ, ਰਾਈਟ? ਨਾਓ ਇਨ ਦਿਸ ਆਰਮ 5 5 5 5। ਅਦਰਵਾਈਜ਼ ਸਾਡੇ ਕੋਲ ਕੀ ਹੁੰਦਾ ਹੈ ਕਿ ਦੋ ਹੱਡੀਆਂ ਇੱਥੇ, ਇੱਕ ਇੱਥੇ, 3, ਇੱਕ ਪਿੱਛੇ ਕਲੈਵਿਕਲ, ਸਪੈਕੂਲਾ, 5 ਹੋ ਜਾਂਦੀਆਂ ਸਾਡੇ ਕੋਲ, ਠੀਕ ਹੈ? ਤਾਂ 5 ਤੇ 5 10, ਇਸੇ ਤਰ੍ਹਾਂ ਹੀ ਲੈਗਸ ਦੇ ਵਿੱਚ ਹੁੰਦੀਆਂ ਤੇ 5 ਤੇ 5 10। ਨਾਓ ਯੂ ਕੈਨ ਕਾਊਂਟ ਡਾਊਨ 28 5 5
10, 27, 27, 54, 52, then 10, then 52, then add these number. 1 carry, then 206 bonds are there. बोल के दस दो कितने 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 कितने. Hurry up. सर 26 Very good. सर इधर हो गया अपना 5 5 52 27 27 28 Right. Very good. 28 in the face. The 28 किस तरह होंदी हैं? 14 in the face. How many? 14. 8 in this upper portion. 14 and 8, 22. 3 in this year, 3 in this year. 14, 8, 22 plus 3, 25 plus 3, 28. 28 bones are there. How to make it popularize? ਕਿਸ ਤਰ੍ਹਾਂ ਅਸੀਂ ਮਤਲਬ ਇਸ ਨੂੰ ਸਾਇੰਸ ਨੂੰ ਦੂਜੇ ਲੋਕਾਂ ਤੱਕ ਪਹੁੰਚਾਉਣਾ ਹੈ? ਤੁਹਾਨੂੰ ਕੋਈ ਵੀ ਮਿਲਦਾ ਹੈ, ਇਹ ਜਸਟ ਵੇਟ ਫॉर ਅ ਮਿੰਟ. ਤੁਹਾਡੀਆਂ ਹੱਡੀਆਂ ਤੁਹਾਨੂੰ ਪਤਾ ਕਿੰਨੀਆਂ ਹੁੰਦੀਆਂ? ਕਿੰਨੀਆਂ ਹੁੰਦੀਆਂ ਤੁਹਾਡੇ ਸਰੀਰ 'ਚ ਹੱਡੀਆਂ? ਤੁਸੀਂ ਮੈਨੂੰ ਗਿਣਾ ਸਕਦੇ ਹੋ? ਤਾਂ ਉਹ ਕਹੇਗਾ ਨਹੀਂ ਮੈਂ ਤਾਂ ਕਦੇ ਗਿਣੀਆਂ ਹੀ ਨਹੀਂ, ਤਾਂ ਉਹਨੂੰ ਗਿਣਾਣੀ ਹੈ. ਜਿਹੜਾ ਵੀ ਕੋਈ ਫਰੈਂਡ ਮਿਲਦਾ, ਕੋਈ ਹੋਰ ਮਿਲਦਾ, ਤੁਹਾਡੇ ਕੋਲ ਕੋਈ ਆਂਦਾ, ਉਸ ਦੇ ਨਾਲ ਇੰਟਰੈਕਸ਼ਨ ਕਰੋ, ਉਸ ਨੂੰ ਦੱਸੋ, ਪੁੱਛੋ, ਫਿਰ ਇਹ ਜਿਹੜਾ ਹੈਗਾ ਸਾਡੇ ਪਪੂਲਰਾਈਜੇਸ਼ਨ ਹੋਊਗੀ. ਰਾਈਟ? ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ. Okay, a plus b whole square we know, but what is the base of this? Simply to know about a plus b whole square, simply we will make this square and we will write it a side and this is b side, this is a side and this is b side. Now this will become a plus b, ਇੱਥੋਂ ਤੋਂ ਲੈ ਕੇ ਇੱਥੇ ਤੱਕ, from here to here again a plus b. That means a plus b when multiplied by a plus b, it will come a plus b whole square. Whole square बन जाएगा ना? तो this is the answer. Answer is in this. You can check it out. This is the base. A into a square. This side is b, this is b, this is b square. Now this is b, this is a, ab. Again this is ab. Now answer is there, a square plus 2ab plus b square. Now to find out the a plus b plus c whole square, what will you do? Simply you have to put up square over here and write it c square. Write it c square and then complete it. What is this? AC. This is BC. Come down BC, AC. We have just added C on the both the sides. Now it is A plus B plus C, A plus B plus C. That means A plus B plus C into A plus B plus C, A plus B plus C whole square. The answer is again there. A square plus B square plus C square plus 2AB plus 2AC plus 2BC. Now D square करना तो की करेंगे ऐसे? We will put up D square over here and again fill up the boxes and write down AD, BD, CD and come down CD, BD and we have just added a D on the both the sides. Now this is A plus B plus C plus D whole square. The answer is there. A square plus B square plus C square plus D square plus 2AB plus 2AC plus 2BC plus 2AD plus 2BD plus 2CD. So this is the proper answer. ਤੁਸੀਂ ਟੇਬਲ ਯਾਦ ਕਰਦੇ ਹੋ ਨਾ, ਤਾਂ ਟੇਬਲਸ ਦੇ ਵਿੱਚ ਕੀ ਹੁੰਦਾ ਕਿ 8 ਦਾ ਟੇਬਲ. ਹਾਂ, ਸਪੀਕ ਆਊਟ. ਟੇਬਲ ਆਫ 8. 8 ones are 8, 8 twos are 16. Oh, you know. Any other method? ਕੋਈ ਹੋਰ ਮੈਥਡ ਜਿਸ ਦੇ ਨਾਲ ਤੁਸੀਂ 8 ਦੇ ਟੇਬਲ ਨੂੰ ਸੁਣਾ ਸਕੋ ਮੈਨੂੰ? 8 plus 8, 16, 16 plus 8. Any other method? Very good. Excellent. Shabash. Now, this is a new innovation. 86420. 86420. Simply you have to remember. You always remember the phone number. Phone number is of 10 digits. Yes, sir. Right? Again 86420, 86420. This is a table of 8. Now what you have to do is simply write down 0, 1, 2, 3, 4. We have stopped at 4. Now start with 4. 4, 5, 6, 7, 8 and table is 8 there. Right? Isn't it? So very simple. ਐਕਸਪੈਰੀਮੈਂਟਸ ਐਦਾਂ ਹੀ ਜਾਰੀ ਰਹਿਣਗੇ. ਹੁਣ ਲੈਣੇ ਇੱਕ ਛੋਟਾ ਜਿਹਾ ਬ੍ਰੇਕ. ਕਰੀਏ ਦਿਲ ਦੀਆਂ ਗੱਲਾਂ, ਦਿਲ ਦੀਆਂ ਗੱਲਾਂ, ਦਿਲ ਦੀਆਂ ਗੱਲਾਂ, ਕਰੀਏ ਦਿਲ ਦੀਆਂ ਗੱਲਾਂ, ਦਿਲ ਦੀਆਂ ਗੱਲਾਂ, ਦਿਲ ਦੀਆਂ ਗੱਲਾਂ. ਖਾਸ ਮੁਲਾਕਾਤ, ਖਾਸ ਮੁਲਾਕਾਤ. ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ. ਹੁਣ ਦੇਖਦੇ ਹਾਂ ਜਸਵਿੰਦਰ ਸਿੰਘ ਜੀ ਦਾ ਇੱਕ ਨਵਾਂ ਐਕਸਪੈਰੀਮੈਂਟ. My next question is, ਤਾਂ ਵੱਡੇ ਤੋਂ ਵੱਡਾ ਟੇਬਲ ਤੁਹਾਨੂੰ ਕਿਹੜਾ ਆਉਂਦਾ ਵੀ ਦੱਸੋ? Yes, girls. 1000. 1000? Oh, great.
ਇਸ ਨੂੰ 1000 ਦਾ ਟੇਬਲ ਆਂਦਾ ਤੁਹਾਨੂੰ ਬਈ 10,000 ਵੈਰੀ ਗੁੱਡ ਵੈਰੀ ਗੁੱਡ। ਤਾਂ ਜਿਸ ਦੇ ਨਾਲ ਜ਼ੀਰੋਸ ਲੱਗੀਆਂ ਬੜਾ ਆਸਾਨ ਹੈ। ਤਾਂ ਮੇਰਾ ਇੱਕ ਕੁਐਸਚਨ ਹੈ ਤੁਹਾਨੂੰ ਕਿ ਵੀ ਨੋ ਦ ਟੇਬਲ ਆਫ 8 and so on you can write down. Now how to make the table of 118? ਸੁਣਾਓ ਕਿਸੇ ਨੂੰ ਆਂਦਾ ਤਾਂ 118 table. It's a very simple method. Now from 8 we will make the table of 18. Simply you have to write down. We have written up to 4. Now again write down these digits 8, 6, 4, 2 and so on. Now 1 plus 0 will give you 1. 2 plus 1 will give you 3 plus 2 4 plus 3 This is the table of 18. 18 ones are 18 twos are 18 threes are 18 fours are. Now to make the table of 118 is too simple. Simply you have to write down 1, 2, 3, 4. 118 ones are 118, 118 twos are 236, 118 threes are 118 fours are 472. Isn't easy? Now who will make the table of 1118? 1118. Who will make the table? Now he thinks so. Who will bell the cat? Yes. Excellent, excellent. Well done, well done. Well done ਬੱਚੇ, well done. Excellent. ਹੁਣ ਤੁਸੀਂ ਕਰੋੜਾਂ ਤੱਕ ਦੇ ਟੇਬਲ ਬਣਾ ਸਕਦੇ ਹੋ. Simply you have to write down these digits only. ਬਸ। ਖਾਸ ਮੁਲਾਕਾਤ। Next question is ਕਿ ਚਾਰਜ ਕਿੰਨੀ ਤਰ੍ਹਾਂ ਦਾ ਹੁੰਦਾ ਹੈ? ਦੋ ਟਾਈਪਸ ਦਾ। ਕਿਹੜਾ ਕਿਹੜਾ? ਪੋਜ਼ਿਟਿਵ ਐਂਡ ਨੈਗੇਟਿਵ। ਚਾਰजेस ਆਰ ਆਫ ਟੂ ਟਾਈਪਸ। ਮੈਂ ਤੁਹਾਨੂੰ ਕਹਿੰਦਾ ਵੀ ਇੱਕ ਚਾਰਜ ਦਿਖਾਓ ਮੈਨੂੰ ਕੋਈ, ਤਾਂ ਚਾਰਜ ਦਿਖਾਓ ਤੁਸੀਂ ਮੈਨੂੰ ਕੋਈ, ਦਿਖਾਓ ਕੋਈ ਐਕਸਪੈਰੀਮੈਂਟ ਕਰਕੇ ਦਿਖਾਓ ਜਿਸ ਦੇ ਵਿੱਚ ਤੁਸੀਂ ਇਹ ਸ਼ੋਅ ਕਰ ਸਕੋ ਕਿ ਸਰ ਇਸ ਚੀਜ਼ 'ਚ ਚਾਰਜ ਹੈ। ਦਿਖਾਓ ਕੋਈ, ਸੋਚੋ। ਯੈਸ, ਵੈਰੀ ਗੁੱਡ। ਬਾਈ ਰਬਿੰਗ ਦ ਚਾਰजेस ਅਪੀਅਰ ਐਂਡ ਚਾਰਜ ਆਲਵੇਜ਼ ਰੈਜ਼ਾਈਡਸ ਔਨ ਦ ਸਰਫੇਸ ਆਫ ਦ ਆਬਜੈਕਟਸ, ਰਾਈਟ। ਇਸ ਨੂੰ ਕੰਟਰੋਲਡ ਵੇ ਦੇ ਵਿੱਚ ਫਿਲ ਕਰੋ, ਰਾਈਟ, ਐਂਡ ਦੈਨ ਗਿਵ ਇਟ ਅ ਨੋਟ। ਨਾਓ ਯੂ ਵਿਲ ਸੀ it is it sticking with my hand? No, but it is written in the books by rubbing the charges appears. So we will rub it simply, rub it gently. What will you see? Here will be a charge on this balloon, then it will stick to your hand, as you can check it out. Oh my god. Right? It's too simple. ਇਹ ਸਾਇੰਸ ਹੈ ਸਾਡੀ ਬਸ। ਨਾਓ ਯੂ ਵਿਲ ਸੀ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਤੇ ਸਾਇੰਟਿਸਟ ਵੀ ਰਹੇ ਬੜੇ ਮਹਾਨ। ਉਹਨਾਂ ਦਾ ਨਾਮ ਡਾਕਟਰ APJ ਅਬਦੁਲ ਕਲਾਮ। ਉਹਨਾਂ ਨੇ ਸਾਨੂੰ ਕਿਹੜਾ ਕਨਸੈਪਟ ਦਿੱਤਾ ਸੀ ਬੇਟੇ? ਮਿਜ਼ਾਈਲ ਕਨਸੈਪਟ। ਕੀ ਸੀਗਾ? ਮਿਜ਼ਾਈਲ। ਤਾਂ ਉਹਨਾਂ ਦਾ ਇੱਕ ਹੋਰ ਨਾਮ ਹੈ ਮਿਸਾਈਲ ਮੈਨ। ਮਿਸਾਈਲ ਮੈਨ, ਰਾਈਟ। ਤਾਂ ਉਹਨਾਂ ਦੀ ਉਸ ਯਾਦ ਨੂੰ ਅਸੀਂ ਇਹ ਸਮਰਪਿਤ ਕਰਦੇ ਹਾਂ ਐਕਸਪੈਰੀਮੈਂਟ। ਤੇ ਮਿਜ਼ਾਈਲ ਦਾ ਕਨਸੈਪਟ ਕੀ ਹੈ? ਵਿਦ ਦ ਹੈਲਪ ਆਫ ਦਿਸ ਬੈਲੂਨ ਆਈ ਵਿਲ ਸ਼ੋ ਯੂ। ਤਾਂ ਕੀ ਹੁੰਦਾ ਹੈ ਇਸ ਦੇ ਵਿੱਚ? ਕੀ ਹੈ ਕਿ 에ਅਰ ਹੈ, ਥੋੜੀ ਜਿਹੀ ਹਵਾ ਭਰੀ ਹੈ ਇਸ ਦੇ ਵਿੱਚ। ਅਸੀਂ ਉਸ ਹਵਾ ਨੂੰ ਭਰ ਕੇ ਅਸੀਂ ਦੇਖਾਂਗੇ ਨਿਊਟਨਸ ਥਰਡ ਲਾਅ ਆਫ ਮੋਸ਼ਨ, ਟੂ ਐਵਰੀ ਐਕਸ਼ਨ ਦੇयर ਇਜ਼ ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਇਸ ਦੇ ਵਿੱਚੋਂ 에ਅਰ ਬਾਹਰ ਆਊਗੀ, 에ਅਰ ਇੱਧਰ ਆਊਗੀ, ਬੈਲੂਨ ਅੱਗੇ ਜਾਏਗਾ, ਰਾਈਟ। ਓਕੇ, ਯੂ ਵਿਲ ਸੀ। ਸੋ ਦਿਸ ਇਜ਼ ਦ ਵਰਕਿੰਗ ਆਫ ਮਿਜ਼ਾਈਲ, ਰਾਈਟ। ਜਿੱਥੇ ਗਈ ਉੱਥੇ ਜਾ ਕੇ ਅਟੈਕ ਕਰਤਾ ਤੇ 3000 ਕਿਲੋਮੀਟਰ ਤੱਕ ਜਾਣ ਵਾਲੀਆਂ ਸਾਡੇ ਕੋਲ ਮਿਜ਼ਾਈਲਸ ਹੈਗੀਆਂ ਤੇ ਇਸ ਲਈ ਡਰਨ ਦੀ ਲੋੜ ਨਹੀਂ ਹੈ, ਰਾਈਟ। ਵੀ ਆਰ ਕੈਪੇਬਲ। ਨੈਕਸਟ ਐਕਸਪੈਰੀਮੈਂਟ ਵੀ ਵਿਲ ਪਰਫਾਰਮ। You have seen there are two types of charges, one is positive and other is negative. And positive repels, negative repels, but positive and negative attract. And the flow of electrons in the wire is known as an current. Flow of charge or flow of electrons is called current. ਤਾਂ ਹੁਣ ਤੁਹਾਨੂੰ ਦਿਖਾਵਾਂਗੇ ਵੀ ਕਰੰਟ ਵਾਇਰ ਦੇ ਵਿੱਚੋਂ ਲੰਘਦਾ ਐਂਡ ਹਿਊਮਨ ਬੋਡੀ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਇਸ ਲਈ ਕਹਿੰਦੇ ਆ ਨਾ ਕਿ ਨੰਗੇ ਪੈਰੀ ਕੋਈ ਵੀ ਸਵਿਚ ਹੈ ਜਿਹੜਾ ਔਨ ਆਫ ਨਾ ਕਰੋ, ਗਿੱਲੇ ਹੱਥ ਨਾ ਲਗਾਓ, ਕਿਉਂਕਿ ਹਿਊਮਨ ਬੋਡੀ ਇਜ਼ ਅ ਗੁੱਡ ਕੰਡਕਟਰ। ਸ਼ੌਕ ਲੱਗ ਸਕਦਾ। ਤਾਂ ਅੱਜ ਤੁਹਾਨੂੰ ਇੱਕ ਐਕਸਪੈਰੀਮੈਂਟ ਮੈਂ ਕਰਕੇ ਦਿਖਾਊਂਗਾ। ਇੱਕ ਬੜਾ ਸਿੰਪਲ ਜਿਹਾ ਐਕਸਪੈਰੀਮੈਂਟ ਮੈਂ ਤਿਆਰ ਕੀਤਾ। ਤਾਂ ਇੱਕ ਸਟੂਡੈਂਟ ਮੇਰੇ ਕੋਲ ਆਓ, ਕੋਈ ਆ ਜਾਓ। ਨਹੀਂ, ਡਰ ਲੱਗਦਾ। ਟੀਚਰ ਆ ਜਾਓ ਕੋਈ। ਹਾਂ, ਯੈਸ। ਇਹ ਇੱਕ ਵਾਇਰ ਪਕੜ ਲਓ, ਨੇਕਡ ਵਾਇਰ। ਨੈਵਰ ਟਰਾਈ ਟੂ ਟੱਚ ਐਨੀ ਨੇਕਡ ਵਾਇਰ। ਲੇਕਿਨ ਇੱਥੇ ਮੈਂ ਐਕਸਪੈਰੀਮੈਂਟ ਕਰਵਾ ਰਿਹਾ ਨਾ ਤੁਹਾਨੂੰ, ਤਾਂ ਤੁਹਾਨੂੰ ਮੈਂ ਗਾਈਡਲਾਈਨਸ ਦੇ ਰਿਹਾ ਕਿਉਂਕਿ ਆਈ ਐਮ ਪਰਫਾਰਮਿੰਗ ਦਿਸ ਐਕਸਪੈਰੀਮੈਂਟ ਓਨਲੀ ਵਿਦ ਦ 9 ਵੋਲਟ ਬੈਟਰੀ and this is a DC, direct current. Only 9 volt direct current is not harmful to the body, right? Otherwise alternating current which is in these wires
ਚਾਹੇ ਉਹ ਘਰੇ ਹੈ ਚਾਹੇ ਸਕੂਲ ਹੈ, ਤਾਂ ਉਹ ਜਿਹੜਾ ਕਰੰਟ ਹੈ that is dangerous one, that is 220 volts, that is AC, alternating current, one time positive, other time negative, and in 1 second its frequency is 50 hertz. 50 hertz means in 1 second it moves 50 times up down, positive negative positive negative positive negative, in 1 second 50 times. ਤੇ ਸਾਡੀ ਬਾਡੀ ਦੇ ਵਿੱਚ ਵੀ ਜੇ ਚਾਰਜ ਹੈ ਤਾਂ ਉਹ ਚਾਰਜ ਅਸੀਂ ਦੇਖਾਂਗੇ ਹੁਣੇ। ਇੱਕ ਇਹ ਬੇਟਾ ਪਕੜੂਗਾ ਵਾਇਰ, ਇੱਕ ਮੈਂ ਪਕੜੂੰਗਾ। ਤਾਂ ਯੂ ਆਰ ਵਾਚਿੰਗ ਓਵਰ देयर, ਦਿਸ ਇਜ਼ ਐਨ ਓਪਨ ਸਰਕਟ ਨਾਓ। ਹੁਣ ਇਸ ਸਰਕਟ ਨੂੰ ਅਸੀਂ ਕਲੋਜ਼ ਕਰਾਂਗੇ। ਯੈਸ, ਗਿਵ ਮੀ ਯੂਰ ਹੈਂਡ। ਨਾਓ ਸਾਊਂਡ ਇਜ਼ देयर। ਨਾਓ ਦਿਸ ਇਜ਼ ਓਪਨ ਸਰਕਟ ਐਂਡ ਦਿਸ ਵਨ ਇਜ਼ ਕਲੋਜ਼। ਹੁਣ ਇਸ ਦੀ ਪੂਰੀ ਬਾਡੀ ਦੇ ਵਿੱਚ ਕਰੰਟ ਹੈ ਇਸ ਵੇਲੇ, ਆਪਾਂ ਚੈੱਕ ਕਰਾਂਗੇ। Oh my God, current is created. Right? You can check it out. So in this way, I've shown you the human body is a good conductor of electricity. तो इसलिए कदे भी तुसी इसनू टच करन दी कोशिश नहीं करनी, right? Never try at home किते जाके तारां पा के खड़े हो उत्थे कि सर ने तां कर लिया सीगा, but with 9 volt battery you can perform this experiment, right? So it's a very simple experiment. ਐਕਸਪੈਰੀਮੈਂਟਸ ਐਦਾਂ ਹੀ ਜਾਰੀ ਰਹਿਣਗੇ। ਹੁਣ ਲੈਣੇ ਇੱਕ ਛੋਟਾ ਜਿਹਾ ਬ੍ਰੇਕ। खास मुलाकात Are you ready for the task? The Real Khiladi. Watch every Tuesday and Thursday at 3 p.m. only on Chardi Kala Time TV. खास मुलाकात खास मुलाकात ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹੁਣ ਦੇਖਦੇ ਹਾਂ ਜਸਵਿੰਦਰ ਸਿੰਘ ਜੀ ਦਾ ਇੱਕ ਨਵਾਂ ਐਕਸਪੈਰੀਮੈਂਟ। तो बेटा कम ओवर हियर। तो बेटे दिस इज एन एल्यूमीनियम रॉड। तो इस दे विचों साउंड प्रोड्यूस करके दिखाओ सानू। नहीं ये तो उन्नी देर ਲਈ आई ना जिन्नी देर ਲਈ ਤੁਸੀਂ ਟੱਚ ਕੀਤਾ, ਕੰਟੀਨਿਊਸਲੀ ਆਈ ਜਾਵੇ ਸਾਊਂਡ। ਜਿਵੇਂ ਹਾਰਮੋਨੀਅਮ ਵਜਾਉਂਦੇ ਆ ਅਸੀਂ, ਫਲੂਟ ਵਜਾਉਂਦੇ ਆ, ਤਾਂ ਸਾਊਂਡ ਕਿਵੇਂ ਬਣਦੀ ਹੈ? ਵਿਦ ਦਾ ਵਾਈਬ੍ਰੇਸ਼ਨਸ। ਵੋਕਲ ਕਾਰਡ ਦੇ ਵਿੱਚ ਕੀ ਹੋ ਰਿਹਾ? ਵਾਈਬ੍ਰੇਸ਼ਨਸ। ਠੀਕ ਹੈ, ਉਹ ਵਾਈਬ੍ਰੇਸ਼ਨਸ ਹੋਣਗੀਆਂ ਤਾਂ ਸਾਊਂਡ ਹੁਣ ਇਸ ਚ ਵਾਈਬ੍ਰੇਸ਼ਨਸ ਪੈਦਾ ਕਰਾਂਗੇ ਤੇ ਇਸ ਚ ਸਾਊਂਡ ਪ੍ਰੋਡਿਊਸ ਕਰਕੇ ਦਿਖਾਵਾਂਗੇ। ਐਂਡ ਵਨ ਮੈਥਡ ਇਜ਼ देयर, ਇਜ਼ ਅ ਵੈਰੀ ਸਿੰਪਲ ਮੈਥਡ ਵਿਚ ਇਜ਼ how to make the nodes and anti-nodes. Simply you have to balance this rod. ਇਸ ਨੂੰ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਹਮੇਸ਼ਾ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਲਾਈਫ ਨੂੰ ਬੈਲੈਂਸਡ ਰੱਖੋ, ਰਾਈਟ? ਉਨਾ ਪੜੋ ਵੀ, ਉਨਾ ਖੇਲੋ ਵੀ, ਉਨੀਆਂ ਐਕਟੀਵਿਟੀਜ਼ ਵੀ ਕੋ ਕਰਿਕੂਲਰ ਐਕਟੀਵਿਟੀਜ਼ ਆਰ ਅਰਾਊਂਡ ਡਿਵੈਲਪਮੈਂਟ ਆਫ ਦਾ ਚਾਈਲਡ। ਬੈਲੈਂਸ ਇਜ਼ ਰਿਕੁਆਇਰਡ ਓਵਰ देयर। ਇਹ ਨਹੀਂ ਵੀ ਇਕੱਲੇ ਪੜਾਕੂ ਬਣ ਜਾਓ ਬਸ ਤੇ ਗੇਮਸ ਜਾਓ ਹੀ ਨਾ, ਸਾਰਾ ਕੁਝ ਆਉਣਾ ਚਾਹੀਦਾ ਤੁਹਾਨੂੰ, ਰਾਈਟ? ਇਹ ਸਕੂਲ ਦਾ ਇੱਕ ਮੋਟਿਵ ਹੈ ਸਾਡਾ। ਤਾਂ ਇਸ ਨੂੰ ਬੈਲੈਂਸ ਕੀਤਾ, ਤਾਂ ਬੈਲੈਂਸ ਕਰਨ ਦੇ ਨਾਲ ਕੀ ਹੋਇਆ ਐਕਚੁਅਲੀ ਬੇਟਾ? ਆਈ ਵਿਲ ਸ਼ੋ ਯੂ ਵਿਦ ਦ ਹੈਲਪ ਆਫ ਦਿਸ ਰॉड ਆਈ ਹੈਵ ਬੈਲੈਂਸਡ ਫਰਮ ਹੇਅਰ। ਇੱਥੋਂ ਬੈਲੈਂਸ ਕੀਤਾ। ਨਾਓ ਯੂ ਵਿਲ ਸੀ these nodes and antinodes are formed. This is nothing but these are the vibrations in the rod, and this amplitude, where amplitude is maximum, is called antinode, and this is called node. So nodes and antinodes are formed in this aluminium rod. When these nodes and antinodes are formed, then sound will produced, right? We will see it. Simply I am using, ਬੇਟਾ ਕੋਈ ਮੈਜਿਕ ਨਹੀਂ ਹੁੰਦਾ ਹੈਗਾ। ਇਸ ਨੂੰ ਕਰਨ ਦੇ ਲਈ ਪਕੜੋ, ਇਸ ਨੂੰ ਆਪਾਂ ਕੀ ਕੀਤਾ, ਇਸ ਰॉड ਨੂੰ ਬੈਲੈਂਸ ਕੀਤਾ ਔਰ ਬੈਲੈਂਸ ਕਰਕੇ ਇੱਥੋਂ ਸੈਂਟਰ ਤੋਂ ਪਕੜ ਲਿਆ। ਨਾਓ ਆਈ ਐਮ ਯੂਜ਼ਿੰਗ ਦਿਸ ਪਾਊਡਰ। ਦਿਸ ਨਾਟ ਐਨ ਮੈਜੀਕਲ ਪਾਊਡਰ, ਦਿਸ ਇਜ਼ ਟੂ ਇਨਕਰੀਜ਼ ਦਾ ਫ੍ਰਿਕਸ਼ਨ। ਫ੍ਰਿਕਸ਼ਨ ਨੂੰ ਇਨਕਰੀਜ਼ ਕਰਨ ਲਈ ਹੈ। ਐਨੀ ਕੁਐਸਚਨ ਫਰਮ ਯੂਰ ਸਾਈਡ? How do you make the surface smooth? But how this powder? ਹਾਂ, ਯੈਸ, ਵੈਰੀ ਗੁੱਡ, ਦਿਸ ਇਜ਼ ਅ ਗੁੱਡ ਕੁਐਸਚਨ। ਕਿ ਪਾਊਡਰ ਤਾਂ ਸਾਡੀ ਸਰਫੇਸ ਨੂੰ ਸਮੂਥ ਕਰਦਾ ਹੈ, ਬਟ ਇਹ ਕਿਸ ਦਾ ਪਾਊਡਰ ਹੈ ਜਿਹੜਾ ਇਸ ਸਰਫੇਸ ਨੂੰ ਰਫ ਕਰ ਰਿਹਾ ਹੈ? ਸੋ ਵੈਰੀ ਗੁੱਡ ਕੁਐਸਚਨ ਬੇਟੇ। ਜਦੋਂ ਕੁਐਸਚਨ ਕਰੋਗੇ ਨਾ ਤਾਂ ਆਨਸਰ ਆਪਣੇ ਆਪ ਆਏਗਾ। ਸੋ ਦਿਸ ਇਜ਼ ਅ ਸੋਪੀ ਪਾਊਡਰ। ਸੋਪ ਨੂੰ ਡਰਾਈ ਕਰਕੇ ਉਸ ਨੂੰ ਅਸੀਂ ਕੁੱਟ ਲਿਆ ਤੇ ਉਸ ਦਾ ਪਾਊਡਰ ਬਣਾ ਲਿਆ, ਤਾਂ ਇਹ ਫ੍ਰਿਕਸ਼ਨ ਹੋ ਗਈ ਇਸ ਦੇ ਵਿੱਚ, ਰਾਈਟ? ਨਾਓ ਇਟ ਵਿਲ ਗਿਵ ਯੂ ਦਾ more friction. Now you will see what is happening over. I hope so this sound is different from that sound. Yes, sir. Isn't it? So this is how
ਕੋਈ ਵੀ ਨਿਰਜੀਵ ਵਸਤੂਆਂ ਦੇ ਵਿੱਚੋਂ ਵੀ ਅਸੀਂ ਸਾਊਂਡ ਪੈਦਾ ਕਰ ਸਕਦੇ ਹਾਂ। ਤੇ ਇਸੇ ਤਰ੍ਹਾਂ ਹੀ ਸਟੂਡੈਂਟਸ, ਤੁਹਾਡੇ ਵਿੱਚੋਂ ਅਸੀਂ ਸਾਇੰਟਿਸਟ ਪੈਦਾ ਕਰ ਰਹੇ ਹਾਂ, ਤੁਹਾਡੇ ਵਿੱਚੋਂ ਅਸੀਂ ਮੈਥਮੈਟੀਸ਼ੀਅਨਸ ਬਣਾਉਣੇ, ਤੁਹਾਡੇ ਵਿੱਚੋਂ ਅਸੀਂ ਓਨੈਸਟ ਪੋਲੀਟੀਸ਼ੀਅਨਸ ਬਣਾਉਣੇ, ਰਾਈਟ? ਸੋ ਦਿਸ ਇਜ਼ ਦਾ ਮੋਟਿਵ ਆਫ ਗਿਵਿੰਗ ਯੂ ਦਾ ਪ੍ਰੋਪਰ ਐਜੂਕੇਸ਼ਨ, ਰਾਈਟ? ਸੋ ਬੇਟਾ ਤੁਸੀਂ ਦੇਖਿਆ ਕਿ ਅਸੀਂ ਬਿਲਕੁਲ ਇੱਕ ਨਿਰਜੀਵ ਵਸਤੂ ਹੈ, ਇਸ 'ਚ ਕੋਈ ਜਿੰਦ ਜਾਨ ਨਹੀਂ ਹੈ, ਪਰ ਇਸ ਦੇ ਵਿੱਚੋਂ ਆਵਾਜ਼ ਕੱਢਣ ਦੇ ਵਿੱਚ ਅਸੀਂ ਸਫਲ ਹੋ ਗਏ ਹਾਂ। ਤੇ ਇਸੇ ਤਰ੍ਹਾਂ ਹੀ ਸਕੂਲ ਦਾ ਮੋਟਿਵ ਕੀ ਹੈ, ਐਜੂਕੇਸ਼ਨ ਦਾ ਮੋਟਿਵ ਕੀ ਹੈ ਕਿ ਅਸੀਂ ਤੁਹਾਡੇ ਵਿੱਚੋਂ ਐਸੇ ਇਨਸਾਨ ਬਣਾਉਣੇ ਆ ਜਿਸ ਦੇ ਵਿੱਚ ਡਾਕਟਰ, ਇੰਜੀਨੀਅਰ, ਹੋਰ ਸਾਰੇ ਔਰ ਓਨੈਸਟ ਪੋਲੀਟੀਸ਼ੀਅਨਸ ਬਣਾਉਣਾ ਚਾਹੁੰਦੇ ਹਾਂ ਅਸੀਂ। ਤਾਂ ਤੁਹਾਡੇ ਵਿੱਚੋਂ ਅਸੀਂ ਪੈਦਾ ਕਰਾਂਗੇ, ਤਾਂ ਤੁਹਾਡੇ ਵਿੱਚ ਅਸੀਂ ਵਾਈਬ੍ਰੇਸ਼ਨਸ ਪੈਦਾ ਕਰਾਂਗੇ। ਕਿਸ ਚੀਜ਼ ਦੀਆਂ? ਡਿਸਪਲਿਨ ਦੀਆਂ। ਕਿਸ ਚੀਜ਼ ਦੀਆਂ? ਓਨੈਸਟੀ ਦੀਆਂ। हाँ बेटा, और एक्सपेरिमेंट करना चाहते हो? Yes, sir. Are you enjoying science and mathematics? Yes, sir. So this is my science and mathematics lab on wheels. ਇਹ ਤੁਹਾਡੇ ਲਈ ਬਣਾਈ ਹੈ ਬੇਟੇ, ਹਰ ਉਸ ਸਟੂਡੈਂਟ ਲਈ ਹੈ ਕਿ ਸਾਨੂੰ ਜਿੱਥੇ ਵੀ ਖੜੇ ਹੋਈਏ ਅਸੀਂ ਉੱਥੇ ਐਕਸਪੈਰੀਮੈਂਟ ਪਰਫਾਰਮ। ਹੁਣ ਇਹਦੇ ਐਕਸਪੈਰੀਮੈਂਟ ਆਪਰੇਟਸ ਪਿਆ ਹੈ, ਤੁਸੀਂ ਆਓ ਆਪਰੇਟਸ ਚੱਕੋ, ਆਪਣੇ ਆਪ ਐਕਸਪੈਰੀਮੈਂਟ ਕਰਕੇ ਦੇਖੋ। ਸੋ ਸਟੂਡੈਂਟਸ, what is Pascal's law? ਦੇਖੋ, ਇਸ ਐਨ ਬੋਟਲ ਦੇ ਵਿੱਚ ਹੋਲਸ ਕੀਤੇ ਹੋਏ ਆ, ਪਰ ਪਾਣੀ ਜਿਹੜਾ ਬੜਾ ਬਾਹਰ ਨਹੀਂ ਆ ਰਿਹਾ, because this is due to the atmospheric pressure. As soon as I will release the atmospheric pressure, the water will come out. Okay? ਤਾਂ ਦੇਖਣਾ ਤੁਸੀਂ ਕਿ ਇਹਨਾਂ ਮੋਰੀਆਂ ਦੇ ਵਿੱਚੋਂ ਪਾਣੀ ਬਾਹਰ ਨਿਕਲੂਗਾ ਔਰ ਪਾਣੀ ਬਰਾਬਰ ਸਾਰੀਆਂ ਮੋਰੀਆਂ ਚੋਂ ਬਾਹਰ ਨਿਕਲੂਗਾ ਔਰ ਬਰਾਬਰ ਹੀ ਰੁਕੂਗਾ, ਰਾਈਟ? ਸੋ ਦਿਸ ਇਜ਼ ਕਾਲਡ ਪਾਸਕਲਸ ਲਾ। ਤੇ ਲੱਗਦਾ ਇਸ ਤਰ੍ਹਾਂ ਵੀ ਪਤਾ ਨਹੀਂ ਕਿੰਨਾ ਔਖਾ ਹੈ, ਬੋਇਲਸ ਲਾ, ਪਾਸਕਲਸ ਲਾ, ਚਾਰਲਸ ਲਾ, ਹੈ ਨਾ? ਵੈਰੀ ਸਿੰਪਲ। ਨਾਓ ਯੂ ਵਿਲ ਸੀ ਐਂਡ ਯੂ ਕੈਨ ਪਰਫਾਰਮ ਦਿਸ ਵਨ। ਓਕੇ, राइट? You have seen this? तो बड़े आसान है बेटे एक्सपेरीमेंट साइंस ਦੇ। ਹੁਣ ਤੁਹਾਨੂੰ ਦਿਖਾਣੇ ਨਿਊਟਨਸ ਲਾ। ਨਿਊਟਨਸ ਲਾ ਇੱਕ ਰੌਕਟ ਜਦੋਂ ਅਸੀਂ ਲਾਂਚਿੰਗ ਕਰਦੇ ਹਾਂ ਤੇ ਲਾਂਚਿੰਗ ਪੈਡ ਦੇ ਉੱਤੇ ਰੌਕਟ ਨੂੰ ਅਸੀਂ ਰੱਖ ਦਿੰਦੇ ਹਾਂ। ਉਸ ਤੋਂ ਬਾਅਦ ਕੀ ਹੁੰਦਾ, ਗੈਸਿਸ ਨਿਕਲਦੀਆਂ, ਗੈਸਿਸ ਥੱਲੇ ਨੂੰ ਪ੍ਰੈਸ਼ਰ ਕਰਦੀਆਂ ਤੇ ਰੌਕਟ ਸਾਡਾ ਉੱਪਰ। ਹਾਂ, ਸੋ ਸਟੂਡੈਂਟਸ ਇੱਕ ਹੋਰ ਆਪਾਂ ਐਕਸਪੈਰੀਮੈਂਟ ਕਰਾਂਗੇ। ਤਾਂ ਇਸ ਬੋਟਲ ਦੇ ਵਿੱਚ ਮੈਂ ਕੀ ਲਿਆ? ਪਾਣੀ ਲਿਆ, ਰਾਈਟ? ਤਾਂ ਹੁਣ ਇਸ ਦੇ ਵਿੱਚ ਇਸ ਦਾ ਲਾਂਚਿੰਗ ਪੈਡ ਹੈ, ਇਸ ਨੂੰ ਅਸੀਂ ਰੌਕਟ ਮੰਨਾਂਗੇ ਔਰ ਆਈ ਐਮ ਯੂਜ਼ਿੰਗ ਦਿਸ ਵਾਲ ਦੇਖਿਆ ਨਾ ਤੁਸੀਂ? ਸਾਈਕਲ ਦੇ ਵਿੱਚ ਜਿਹੜੇ ਟਾਇਰ ਹੈ, ਟਾਇਰ ਦੇ ਵਿੱਚ ਟਿਊਬ ਹੈ, ਟਿਊਬ ਦੇ ਵਿੱਚ ਵਾਲ ਲੱਗਾ ਹੁੰਦਾ। ਸੋ ਵਾਲ ਐਕਟ ਐਜ਼ ਐਨ ਵਨ ਵੇ ਟ੍ਰੈਫਿਕ। ਵਨ ਵੇ ਟ੍ਰੈਫਿਕ ਮੀਨਸ ਹਵਾ ਅੰਦਰ ਤਾਂ ਜਾ ਸਕਦੀ ਹੈ ਪਰ ਬਾਹਰ ਨਹੀਂ ਆ ਸਕਦੀ। ਤਾਂ ਇਸ ਨੂੰ ਅਸੀਂ ਯੂਜ਼ ਕਰਾਂਗੇ। ਤਾਂ ਇਸ ਦੇ ਵਿੱਚ ਅਸੀਂ ਵਾਲ ਜਦੋਂ ਲਗਾ ਦਾਂਗੇ ਤਾਂ ਵਟ ਵਿਲ ਹੈਪਨ ਕਿ ਹਵਾ ਹੁਣ ਇਸ ਦੇ ਅੰਦਰ ਜਾ ਸਕਦੀ ਹੈ ਪਰ ਬਾਹਰ ਨਹੀਂ ਆ ਸਕਦੀ। ਤਾਂ ਅੰਦਰ ਹਵਾ ਦਾ ਪ੍ਰੈਸ਼ਰ ਮੇਨਟੇਨ ਹੋ ਜਾਏਗਾ। ਪ੍ਰੈਸ਼ਰ ਮੇਨਟੇਨ ਹੋਣ ਦੇ ਨਾਲ ਉਹ ਪਾਣੀ ਨੂੰ ਧੱਕੇਗੀ, ਪਾਣੀ ਨੀਚੇ ਆਏਗਾ, ਬੋਟਲ ਉੱਪਰ ਜਾਏਗਾ। ਸੋ ਦਿਸ ਇਜ਼ ਨਿਊਟਨਸ ਥਰਡ ਲਾ ਆਫ ਮੋਸ਼ਨ। ਟੂ ਐਵਰੀ ਐਕਸ਼ਨ देयर इज इक्वल बट ਆਪੋਜ਼ਿਟ ਰਿਐਕਸ਼ਨ। ਤਾਂ ਹੁਣ ਸਾਡਾ ਰੌਕਟ ਹੈ ਜਿਹੜਾ ਲਾਂਚਿੰਗ ਪੈਡ ਤੇ ਰੈਡੀ ਹੈ। खास मुलाकात। I am highly grateful to Dr. Jaswinder Singh ji for bringing this science and mathematics lab on wheels in our school, and it is really great honor for us to see wonderful, awesome experiments shown by Dr. Saab. And it was a great experience for our students, and they have learned wonderful things, and these experiments are going to create love for learning in students, and they are going to be future scientists. I am highly grateful to Chardi Kala Time TV team for organizing such a wonderful program, Khas Mulaqat. Once again, I extend my heartiest thanks. So keep on watching Chardi Kala Time TV. ਸੋ ਆਈ ਹੋਪ ਕਿ ਤੁਸੀਂ ਡਾਕਟਰ ਜਸਵਿੰਦਰ ਸਿੰਘ ਜੀ ਦੇ ਇਹਨਾਂ ਐਕਸਪੈਰੀਮੈਂਟਸ ਨੂੰ ਬਹੁਤ ਹੀ ਇੰਜੋਏ ਕੀਤਾ ਹੋਵੇਗਾ, ਨਾਲ ਹੀ ਬਹੁਤ ਕੁਝ ਨਵਾਂ ਵੀ ਸਿੱਖਣ ਨੂੰ ਮਿਲਿਆ। ਤੇ ਹੁਣ ਤੁਸੀਂ ਸਾਡਾ ਇੱਕ ਖਾਸ ਸ਼ੋਅ ਖਾਸ ਮੁਲਾਕਾਤ ਦੇਖਦੇ ਰਹੋ ਹਰ ਐਤਵਾਰ ਦੁਪਹਿਰੇ 3:30 ਵਜੇ ਤੇ ਰਿਪੀਟ ਟੈਲੀਕਾਸਟ ਵੀਰਵਾਰ ਦੁਪਹਿਰੇ 2 ਵਜੇ। ਸੋ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ। खास मुलाकात।